ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਨਗਰ ਦੇ ਵਿੱਚ ਬਹੁਤ ਸਿਆਣਾ ਰਾਜਾ ਸੀ। ਉਹ ਸਿਆਣਾ ਤਾਂ ਬਹੁਤ ਸੀ, ਪਰ ਉਹ ਪੜ੍ਹਿਆ ਲਿਖਿਆ ਨਹੀਂ ਸੀ, ਅਨਪੜ੍ਹ ਸੀ। ਉਸ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ। ਇਸ ਕਰਕੇ ਉਸਨੇ ਆਪਦੇ ਮੰਤਰੀ ਨੂੰ ਕਿਹਾ ਕਿ ਮੈਨੂੰ ਪੜ੍ਹਨ ਲਿਖਣ ਦਾ ਸ਼ੌਂਕ ਹੈ, ਮੇਰੇ ਲਈ ਇੱਕ ਅਧਿਆਪਕ ਦਾ, ਇੱਕ ਸਿੱਖਿਅਕ ਦਾ ਪ੍ਰਬੰਧ ਕੀਤਾ ਜਾਵੇ। ਉਸ ਮੰਤਰੀ ਨੇ ਤੁਰੰਤ ਥੋੜ੍ਹੇ ਦਿਨ ਲਾ ਕੇ ਸਿੱਖਿਅਕ ਦਾ ਪ੍ਰਬੰਧ ਕਰ ਦਿੱਤਾ। ਸਿੱਖਿਅਕ ਰਾਜੇ ਨੂੰ ਪੜ੍ਹਾਉਣ ਲਈ ਹਰ ਰੋਜ਼ ਦਰਬਾਰ ਆਉਣ ਲੱਗਿਆ। ਰਾਜੇ ਨੂੰ ਸਿੱਖਿਆ ਗ੍ਰਹਿਣ ਕਰਦਿਆਂ ਕਈ ਮਹੀਨੇ ਬੀਤ ਗਏ, ਪਰ ਰਾਜੇ ਨੂੰ ਕੋਈ ਖਾਸ ਲਾਭ ਨਹੀਂ ਹੋਇਆ। ਗੁਰੂ ਖੂਬ ਮਿਹਨਤ ਕਰਿਆ ਕਰੇ, ਪਰ ਰਾਜੇ ਨੂੰ ਉਸ ਸਿੱਖਿਆ ਦਾ ਪਤਾ ਹੀ ਨਾ ਲੱਗਿਆ ਕਰੇ ਕਿ ਇਹ ਗੁਰੂ ਮੈਨੂੰ ਕੀ ਸਿਖਾ ਰਿਹਾ ਹੈ। ਰਾਜਾ ਥੋੜ੍ਹੇ ਦਿਨਾਂ ਬਾਅਦ ਇਸ ਗੱਲ ਤੋਂ ਪਰੇਸ਼ਾਨ ਰਹਿਣ ਲੱਗਿਆ। ਗੁਰੂ ਦੀ ਪ੍ਰਤਿਭਾ ਅਤੇ ਯੋਗਤਾ ਦੇ ਉੱਤੇ ਸਵਾਲ ਉਠਾਉਣਾ ਗਲਤ ਸੀ, ਕਿਉਂਕਿ ਉਹ ਇਲਾਕੇ ਦਾ ਹੀ ਨਹੀਂ ਬਲਕਿ ਸਾਰੇ ਰਾਜ ਦੇ ਵਿੱਚ ਸਭ ਤੋਂ ਪ੍ਰਸਿੱਧ ਅਤੇ ਯੋਗ ਗੁਰੂ ਸੀ। ਆਖਰ ਇੱਕ ਦਿਨ ਇਹ ਦੁਵਿਧਾ ਉਸਨੇ ਰਾਜੇ ਨੇ ਆਪਦੀ ਰਾਣੀ ਨੂੰ ਦੱਸੀ, ਸਾਰੀ ਗੱਲਬਾਤ ਆਪਦੀ ਘਰਵਾਲੀ ਨੂੰ ਦੱਸੀ ਤੇ ਕਿਹਾ ਕਿ ਮੈਨੂੰ ਕੋਈ ਸਲਾਹ ਦਿਓ, ਮੇਰੇ ਸਵਾਲ ਦਾ ਜਵਾਬ ਦਿਓ, ਮੈਨੂੰ ਕਿਉਂ ਨਹੀਂ ਸਮਝ ਆ ਰਹੀ। ਤਾਂ ਰਾਣੀ ਦਾਨਿਸ਼ਮੰਦ ਸੀ, ਜ਼ਹੀਨ ਸੀ। ਉਸਨੇ ਕਿਹਾ ਕਿ ਇਸ ਸਵਾਲ ਦਾ ਜਵਾਬ ਮੈਂ ਨਹੀਂ ਦੇ ਸਕਦੀ, ਇਸ ਸਵਾਲ ਦਾ ਜਵਾਬ ਉਹ ਗੁਰੂ ਹੀ ਦੇ ਸਕਦੇ ਨੇ, ਉਹ ਸਿੱਖਿਅਕ ਹੀ ਦੇ ਸਕਦੇ ਨੇ। ਇਸ ਕਰਕੇ ਇਹ ਹਿੰਮਤ ਕਰਕੇ ਸਵਾਲ ਪੁੱਛੋ। ਪਰ ਇਹ ਗੱਲ ਪੁੱਛਣ ਦੇ ਵਿੱਚ ਰਾਜਾ ਸੰਕੋਚ ਕਰਦਾ ਰਿਹਾ ਤੇ ਫਿਰ ਕੁਝ ਦਿਨ ਉਸਨੇ ਪੜ੍ਹਾਈ ਜਾਰੀ ਰੱਖੀ। ਪਰ ਇੱਕ ਦਿਨ ਉਸਦੀ ਜਿਗਿਆਸਾ ਇੰਨੀ ਜਾਗ ਗਈ ਕਿ ਉਸਨੇ ਹਿੰਮਤ ਕਰਕੇ ਗੁਰੂ ਦੇ ਅੱਗੇ ਉਹ ਸਵਾਲ ਕਰ ਦਿੱਤਾ। ਉਹ ਕਹਿੰਦਾ ਕਿ ਹੇ ਗੁਰੂਵਰ, ਮੈਨੂੰ ਮਾफ़ ਕਰਿਓ, ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ। ਤੁਸੀਂ ਬਹੁਤ ਮਹੀਨਿਆਂ ਤੋਂ ਮੇਰੇ 'ਤੇ ਖੂਬ ਮਿਹਨਤ ਕਰ ਰਹੇ ਹੋ, ਪਰ ਮੈਂ ਸਿੱਖਿਆ ਗ੍ਰਹਿਣ ਨਹੀਂ ਕਰ ਪਾ ਰਿਹਾ। ਮੈਨੂੰ ਇਸ ਪੜ੍ਹਾਈ ਦਾ ਕੋਈ ਖਾਸ ਲਾਭ ਨਹੀਂ ਹੋ ਰਿਹਾ। ਅਜਿਹਾ ਕਿਉਂ ਹੈ? ਗੁਰੂ ਨੇ ਬੜੇ ਹੀ ਸ਼ਾਂਤ ਸਵਰ ਦੇ ਵਿੱਚ ਜਵਾਬ ਦਿੱਤਾ। ਕਹਿੰਦੇ, ਮੇਰੇ ਰਾਜਾ, ਕਾਰਨ ਇੱਕ ਬਹੁਤ ਸਧਾਰਨ ਜਿਹਾ ਹੈ। ਤੇ ਅੱਗੋਂ ਰਾਜਾ ਕਹਿੰਦਾ, ਗੁਰੂਵਰ ਕਿਰਪਾ ਕਰੋ, ਮੈਨੂੰ ਇਸ ਸਵਾਲ ਦਾ ਜਵਾਬ ਜਲਦ ਤੋਂ ਜਲਦ ਦਿਓ। ਮੇਰੀਆਂ ਦਿਮਾਗ ਦੀਆਂ ਨਸਾਂ ਫਟ ਰਹੀਆਂ ਨੇ, ਮੈਂ ਹਰ ਰੋਜ਼ ਮੱਥਾ ਮਾਰਨਾ, ਪਰ ਮੇਰੇ ਪੱਲੇ ਕੁਛ ਨਹੀਂ ਪੈਂਦਾ। ਤਾਂ ਗੁਰੂ ਜੀ ਨੇ ਅੱਗੋਂ ਬੜੇ ਪਿਆਰ ਸਤਿਕਾਰ ਨਾਲ ਦੱਸਿਆ। ਕਹਿੰਦੇ, ਮੇਰੇ ਰਾਜਾ, ਗੱਲ ਬੜੀ ਛੋਟੀ ਜੀ ਹੈ, ਪਰੰਤੂ ਤੁਸੀਂ ਆਪ ਦੇ ਵਿੱਚ ਵੱਡੇ ਹੋ। ਇਹ ਵੱਡੇ ਹੋਣ ਦਾ ਹੰਕਾਰ ਇਹ ਤੁਹਾਡੇ ਅੱਗੇ ਆ ਰਿਹਾ ਹੈ, ਤੁਹਾਡੇ ਪੜ੍ਹਾਈ ਦੇ ਵਿੱਚ ਆ ਰਿਹਾ ਹੈ। ਇਸ ਵੱਡੇ ਹੋਣ ਦੇ ਹੰਕਾਰ ਕਰਕੇ ਤੁਸੀਂ ਪਰੇਸ਼ਾਨ ਰਹਿ ਰਹੇ ਹੋ, ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ, ਤੁਹਾਡਾ ਮਨ ਦੁਖੀ ਹੈ। ਤੁਸੀਂ ਬਹੁਤ ਵੱਡੇ ਰਾਜਾ ਹੋ, ਮੈਂ ਮੰਨਦਾ, ਹਰ ਪੱਖ ਤੋਂ ਮੇਰੇ ਤੋਂ ਵੱਡੇ ਹੋ, ਤੁਹਾਡੀ ਪਦਵੀ ਮੇਰੇ ਤੋਂ ਵੱਡੀ ਹੋ, ਤੁਸੀਂ ਸਾਰੇ ਰਾਜ ਭਾਗ ਨੂੰ ਸਾਂਭ ਰਹੇ ਹੋ। ਤੁਹਾਡਾ ਤੇ ਮੇਰਾ ਰਿਸ਼ਤਾ ਇੱਕ ਗੁਰੂ ਤੇ ਚੇਲੇ ਦਾ ਹੈ। ਤੁਹਾਨੂੰ ਇਹ ਗੱਲ ਵੀ ਜ਼ਰੂਰ ਸਮਝਣੀ ਚਾਹੀਦੀ ਹੈ। ਗੁਰੂ ਹੋਣ ਦੇ ਨਾਂ ਤੇ ਮੇਰਾ ਸਥਾਨ ਤੁਹਾਡੇ ਤੋਂ ਉੱਚ ਹੋਣਾ ਚਾਹੀਦਾ ਹੈ, ਪਰ ਮੈਂ ਹਰ ਰੋਜ਼ ਤੁਸੀਂ ਆਪਦੇ ਸਿੰਘਾਸਨ ਤੇ ਬੈਠ ਕੇ ਪੜ੍ਹ ਰਹੇ ਹੁੰਦੇ ਹੋ ਤੇ ਮੇਰਾ ਪੀੜਾ, ਮੇਰਾ ਪਲੰਘ ਤੁਹਾਡੇ ਤੋਂ ਥੋੜਾ ਦੂਰ ਨੀਵੀਂ ਥਾਂ ਤੇ ਲਾਇਆ ਹੋਇਆ ਹੈ। ਇਸ ਗੱਲ ਦਾ ਜਿਹੜਾ ਫਰਕ ਹੈ ਤੁਹਾਡੇ ਮਨ ਵਿੱਚ ਵੀ ਹੈ, ਤੁਹਾਡੇ ਦਿਮਾਗ ਵਿੱਚ ਵੀ ਹੈ। ਇਸ ਗੱਲ ਦਾ ਫਰਕ ਮੇਰੇ ਮਨ ਵਿੱਚ ਤੇ ਮੇਰੇ ਦਿਮਾਗ ਵਿੱਚ ਵੀ ਹੈ। ਮੈਂ ਅੱਜ ਤੱਕ ਜਿੰਨੇ ਵੀ ਸਿੱਖਿਆਰਥੀਆਂ ਨੂੰ ਪੜ੍ਹਾਇਆ ਹੈ, ਮੈਂ ਗੁਰੂ ਹੋਣ ਦੇ ਨਾਂ 'ਤੇ ਪੜ੍ਹਾਇਆ ਹੈ, ਪਰ ਸ਼ਾਇਦ ਇੱਥੇ ਮੈਂ ਤੁਹਾਨੂੰ ਰਾਜਾ ਹੋਣ ਦੇ ਨਾਂ 'ਤੇ ਪੜ੍ਹਾ ਰਿਹਾ। ਉਹ ਆਪਦੀ ਗੱਲਬਾਤ ਸੀ ਜਿਹੜੀ ਸਾਰੀ ਸਮਝ ਗਿਆ। ਰਾਜਾ ਤੁਰੰਤ ਆਪਦਾ ਸਿੰਘਾਸਨ ਛੱਡ ਕੇ ਉਹ ਗੁਰੂ ਦੇ ਕੋਲ ਆ ਕੇ ਬੈਠ ਗਿਆ। ਕਹਿੰਦਾ, ਮੈਂ ਤੁਹਾਡੀ ਗੱਲ ਸਮਝ ਗਿਆ, ਤੁਸੀਂ ਮੇਰੇ ਸਿੰਘਾਸਨ 'ਤੇ ਜਾ ਕੇ ਬੈਠ ਜਾਓ। ਤਾਂ ਅੱਗੋਂ ਗੁਰੂ ਜੀ ਕਹਿੰਦੇ ਨੇ ਨਹੀਂ, ਮੈਂ ਤੇਰੀ ਥਾਂ ਤੇ ਨਹੀਂ ਬੈਠ ਸਕਦਾ, ਮੇਰੀ ਥਾਂ ਜਿਹੜੀ ਹੈ ਬਹੁਤ ਵਧੀਆ ਥਾਂ ਹੈ, ਤੂੰ ਮੇਰੇ ਨਾਲ ਆ ਕੇ ਪੜ੍ਹ ਲਾ। ਮੈਂ ਨਹੀਂ ਕਹਿੰਦਾ ਕਿ ਮੇਰੇ ਥੱਲੇ ਬਹਿ ਕੇ ਪੜ੍ਹ, ਤੂੰ ਥੱਲੇ ਆਪਦਾ ਕੱਪੜਾ ਵਿਛਾ ਕੇ ਪੜ੍ਹ, ਤੂੰ ਥੱਲੇ ਕੋਈ ਕੁਰਸੀ ਲਾ ਲਾ। ਮੈਂ ਇਹ ਨਹੀਂ ਕਹਿੰਦਾ, ਮੇਰੇ ਵਰਗਾ ਪਲੰਘ ਪੀੜਾ ਲਿਆ ਕੇ ਤੂੰ ਨਾਲ ਰੱਖ ਲਾ, ਮੇਰੀ ਵਰਗੀ ਕੁਰਸੀ ਨਾਲ ਲਿਆ ਕੇ ਰੱਖ ਲਾ। ਘੱਟੋ ਘੱਟ ਇਹ ਜਿਹੜੀ ਜਗ੍ਹਾ ਹੈ ਨਾ, ਤੇਰੇ ਦਿਲ ਵਿੱਚ ਵੀ ਹੋਣੀ ਚਾਹੀਦੀ ਹੈ ਕਿ ਮੈਂ ਗੁਰੂ ਹਾਂ ਤੇ ਤੂੰ ਮੇਰਾ ਚੇਲਾ ਹੈ, ਤੂੰ ਮੇਰਾ ਸਿੱਸ਼ਿਆ ਹੈ, ਤੂੰ ਗੱਲ ਸੁਣਨੀ ਹੈ, ਸਮਝਣੀ ਹੈ। ਜਦੋਂ ਤੇਰੇ ਮਨ ਨੇ ਗੁਰੂ ਮੰਨ ਲਿਆ ਮੈਨੂੰ, ਜਦੋਂ ਤੇਰੇ ਮਨ ਨੇ ਆਪਦੇ ਆਪ ਨੂੰ ਚੇਲਾ ਮੰਨ ਲਿਆ, ਆਪਦੇ ਆਪ ਨੂੰ ਸਿੱਖਿਆਰਥੀ ਮੰਨ ਲਿਆ, ਆਪਣੇ ਆਪ ਨੂੰ ਵਿਦਿਆਰਥੀ ਮੰਨ ਲਿਆ, ਉਦੋਂ ਤੈਨੂੰ ਸਾਰੀਆਂ ਗੱਲਾਂ ਸਮਝ ਆ ਜਾਣਗੀਆਂ। ਤੇ ਉਸ ਦਿਨ ਤੋਂ ਬਾਅਦ ਉਹ ਗੁਰੂ ਦੀ ਹਰ ਗੱਲ ਸਮਝਣ ਲੱਗਿਆ ਤੇ ਉਸਨੇ ਉੱਚ ਸਿੱਖਿਆ ਪ੍ਰਾਪਤ ਕੀਤੀ। ਹੁਣ ਆਪਾਂ ਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ, ਤਕਰੀਬਨ ਇਸ ਅੰਤ ਵਾਲੇ ਸਾਰ ਦੇ ਵਿੱਚ ਤੁਹਾਨੂੰ ਸਮਝ ਆ ਗਈ ਹੋਵੇਗੀ। ਇਸ ਤੋਂ ਅਗਲੀ ਗੱਲ ਇਹ ਹੈ ਕਿ ਇੱਕ ਜਿੰਨੇ ਮਰਜ਼ੀ ਰਿਸ਼ਤੇ ਨਾਤੇ ਨੇ, ਜਿੰਨੀ ਮਰਜ਼ੀ ਅਹੁਦੇ ਨੇ, ਪਦਵੀਆਂ ਨੇ, ਕਿਸੇ ਕੋਲ ਧਨ ਵੱਧ ਹੈ ਘੱਟ ਹੈ, ਕਿਸੇ ਦਾ ਰਿਸ਼ਤਾ ਵੱਡਾ ਹੈ, ਕਿਸੇ ਦਾ ਛੋਟਾ ਹੈ, ਜਦੋਂ ਅਸੀਂ ਗੁਰੂ ਦੇ ਬਾਰੇ ਗੱਲ ਕਰਨੀ ਹੈ, ਗੁਰੂ ਨੂੰ ਉਚਿਤ ਸਥਾਨ ਦੇਣਾ ਬੜਾ ਜ਼ਰੂਰੀ ਹੈ। ਜੇ ਅਸੀਂ ਗੁਰੂ ਨੂੰ ਉਚਿਤ ਸਥਾਨ ਨਹੀਂ ਦੇ ਸਕਦੇ, ਸਾਡਾ ਭਲਾ ਹੋਣਾ ਬੜਾ ਮੁਸ਼ਕਲ ਹੈ।
ਗੁਰੂ ਦਾ ਉਚਿਤ ਸਥਾਨ ਤੋਂ ਇਹ ਨਹੀਂ ਕਿ ਉੱਚੀ ਨੀਵੀਂ ਥਾਂ ਬੈਠਣ ਤੋਂ ਹੈ ਜਾਂ ਉੱਚੀ ਨੀਵੀਂ ਥਾਂ ਤੇ ਉਹਨਾਂ ਦਾ ਆਸਣ ਲਾਉਣ ਤੋਂ ਹੈ ਜਾਂ ਆਪਣੀ ਜਿਹੜੀ ਕੋਈ ਪਵਿੱਤਰ ਆਪਾਂ ਜਿਸ ਵੀ ਧਰਮ ਨੂੰ ਮੰਨਦੇ ਹਾਂ ਉਹ ਪਵਿੱਤਰ ਸਾਡਾ ਗ੍ਰੰਥ ਹੈ ਉਹ ਰੱਖਣ ਤੋਂ ਨਹੀਂ। ਉਚਿਤ ਸਥਾਨ ਦਿਲ ਦੇ ਵਿੱਚ ਵੀ ਹੋਣਾ ਚਾਹੀਦਾ। ਫਿਜ਼ੀਕਲੀ ਤਾਂ ਹੈ ਹੀ ਹੈ ਕਿ ਗੁਰੂ ਸਾਡੇ ਤੋਂ ਉੱਚੇ ਨੇ, ਉੱਚੀ ਪਦਵੀ ਤੇ ਨੇ, ਦਿਲ ਦੇ ਵਿੱਚ ਵੀ ਆਪਾਂ ਮਾਣ ਸਨਮਾਨ ਉਹਨਾਂ ਨੂੰ ਦਈਏ, ਉੱਚ ਕਰਕੇ ਜਾਣੀਏ, ਉਹਨਾਂ ਨੂੰ ਉੱਚ ਮੰਨੀਏ। ਕਈ ਲੋਕ ਸਿਰਫ ਇਸ ਕਰਕੇ ਕਾਮਯਾਬ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਆਪਦੇ ਆਪ ਸ੍ਰੇਸ਼ਟ ਹੋਣ ਦਾ, ਸਭ ਤੋਂ ਬਿਹਤਰ ਹੋਣ ਦਾ ਘਮੰਡ ਹੈ। ਸੋ ਸਭ ਤੋਂ ਬਿਹਤਰ ਗੁਰੂ ਹੀ ਹੁੰਦੇ ਨੇ। ਇਹ ਗੱਲ ਆਪਾਂ ਸਮਝ ਲਈਏ ਤਾਂ ਆਪਣਾ ਜਿਹੜਾ ਉਦਾਰ ਹੈ, ਆਪਣੀਆਂ ਜਿਹੜੀਆਂ ਮੁਸ਼ਕਲਾਂ ਆਪੇ ਹੱਲ ਹੋ ਜਾਣਗੀਆਂ।